हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਜਿਸ ਤਰ੍ਹਾਂ ਤੁਸੀਂ ਥੰਬਨੇਲ ਦੇਖ ਰਹੇ ਹੋ, ਮਰੀਜ਼ਾਂ ਦੀ ਦੇਖਭਾਲ ਲਈ ਵਰਤੇ ਜਾਣ ਵਾਲੇ ਮੈਡੀਕਲ ਉਪਕਰਨ ਯਾਨੀ ਕਿ ਮੈਡੀਕਲ ਇੰਸਟਰੂਮੈਂਟਸ ਜੋ ਹੁੰਦੇ ਨੇ ਉਹਨਾਂ ਦੇ ਬਾਰੇ ਇਸ ਵੀਡੀਓ 'ਚ ਤੁਹਾਨੂੰ ਮੈਂ ਜਾਣਕਾਰੀ ਦੇਣ ਜਾ ਰਿਹਾ। ਸੋ ਇਹ ਵੀਡੀਓ ਇੰਪੋਰਟੈਂਟ ਹੈ ਉਹਨਾਂ ਕੈਂਡੀਡੇਟਸ ਦੇ ਲਈ ਜਿਹੜੇ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਪੈਰਾਮੈਡੀਕਲ ਕੋਰਸ ਕਰ ਰਹੇ ਨੇ ਜਾਂ ਮੈਡੀਕਲ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ MPHW, GNM, ANM, BSc ਨਰਸਿੰਗ, ਵਾਰਡ ਅਟੈਂਡੈਂਟ, ਲੈਬ ਟੈਕਨੀਸ਼ੀਅਨ ਆਦਿ। ठीक है, ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਪੈਰਾਮੈਡੀਕਲ ਟੌਪਿਕ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਸਮਝਣ ਦੇ ਲਈ ਇੱਕੋ ਇੱਕ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ। ਸੋ ਸ਼ੁਰੂ ਕਰਦੇ ਹਾਂ ਆਪਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਇਕਵਿਪਮੈਂਟ ਹੈ ਉਹ ਆਪਾਂ ਕਰਾਂਗੇ ਪਲਸ ਆਕਸੀਮੀਟਰ। ਸੋ ਪਲਸ ਆਕਸੀਮੀਟਰ ਕੀ ਹੁੰਦਾ? ਇਟ ਇਜ਼ ਅ ਡਿਵਾਈਸ ਟੂ ਚੈੱਕ ਦਾ ਆਕਸੀਜਨ ਆਫ ਹੀਮੋਗਲੋਬਿਨ ਯੂਜ਼ਿੰਗ ਅ ਨॉन ਇਨਵੇਸਿਵ ਟੈਕਨੀਕ। ਕੀ ਮਤਲਬ ਹੋਇਆ? ਡਿਵਾਈਸ ਟੂ ਚੈੱਕ ਦਾ ਆਕਸੀਜਨ ਆਫ ਹੀਮੋਗਲੋਬਿਨ ਮਤਲਬ ਕਿਸੇ ਪਰਸਨ ਯਾਨੀ ਕਿਸੇ ਮਰੀਜ਼ ਦੇ ਅੰਦਰ ਉਸ ਦਾ ਜੋ ਹੀਮੋਗਲੋਬਿਨ ਹੁੰਦਾ ਹੈ ਬਲੱਡ ਦੇ ਵਿੱਚ ਪਿਗਮੈਂਟ, ਜਿਹਦੇ ਕਰਕੇ ਬਲੱਡ ਲਾਲ ਹੁੰਦਾ ਹੈ। ਠੀਕ ਹੈ, ਤਾਂ ਉਹਦੀ ਹੀਮੋਗਲੋਬਿਨ ਹੁੰਦੀ ਹੈ ਆਕਸੀਜਨ ਨੂੰ ਕੈਰੀ ਕਰਦੀ ਹੈ। ਤਾਂ ਮਤਲਬ ਆਪਾਂ ਇੱਥੇ ਸੈਚੂਰੇਸ਼ਨ ਚੈੱਕ ਕਰਦੇ ਹਾਂ ਵੀ ਜਿਹੜਾ ਉਸ ਪਰਸਨ ਦੇ ਵਿੱਚ ਯਾਨੀ ਕਿ ਉਸ ਮਰੀਜ਼ ਦੇ ਵਿੱਚ ਜੋ ਹੀਮੋਗਲੋਬਿਨ ਹੈ ਉਸ ਦੇ ਬਲੱਡ ਦੇ ਵਿੱਚ ਉਹ ਕਿੰਨੀ ਆਕਸੀਜਨ ਕੈਰੀ ਕਰ ਰਿਹਾ ਹੈ। ਤਾਂ ਇਸ ਕਰਕੇ ਆਪਾਂ ਪਲਸ ਆਕਸੀਮੀਟਰ ਦੀ ਵਰਤੋਂ ਕਰਦੇ ਹਾਂ। ਸੋ ਪਲਸ ਆਕਸੀਮੀਟਰ ਆਪਾਂ ਕਿਸੇ ਵੀ ਵਿਅਕਤੀ ਦੀ ਜਦੋਂ ਆਕਸੀਜਨ ਚੈੱਕ ਕਰਨੀ ਹੋਵੇ ਆਕਸੀਜਨ ਲੈਵਲ, ਤਾਂ ਉਸ ਦੇ ਫਿੰਗਰ 'ਤੇ ਲਗਾਉਂਦੇ ਹਾਂ ਜਾਂ ਕੰਨ ਦੀ ਲੋਬ, ਜਿਸ ਨੂੰ ਆਪਾਂ ਈਅਰ ਪਿੰਨਾ ਕਹਿੰਦੇ ਹਾਂ, ਉੱਥੇ ਲਗਾਉਂਦੇ ਹਾਂ। ਠੀਕ ਹੈ, ਤਾਂ ਇਹ ਜਿਹੜਾ ਸੋਰਸ ਹੁੰਦਾ ਹੈ, ਲਾਈਟ ਦਾ ਸੋਰਸ ਹੁੰਦਾ, ਮਤਲਬ ਜਿਹੜਾ ਪ੍ਰੋਬ ਆਪਾਂ ਉਂਗਲ 'ਤੇ ਜਾਂ ਪਿੰਨਾਂ 'ਤੇ ਲਗਾਉਂਦੇ ਹਾਂ, ਉਸ ਦੇ ਵਿੱਚੋਂ ਇੱਕ ਲਾਈਟ ਐਮਿਟ ਹੁੰਦੀ ਹੈ ਅਤੇ ਇਸ ਲਾਈਟ ਦੀਆਂ ਦੋ ਵੇਵਲੈਂਥ ਹੁੰਦੀਆਂ ਹਨ, 650 ਨੈਨੋਮੀਟਰ ਅਤੇ 805 ਨੈਨੋਮੀਟਰ। ਲਾਈਟ ਇਜ਼ ਪਾਰਸ਼ਲੀ ਅਬਜ਼ੋਰਬਡ ਬਾਏ ਦਾ ਹੀਮੋਗਲੋਬਿਨ, ਮਤਲਬ ਜੋ ਪ੍ਰੋਬ ਆਪਾਂ ਇਨਸਾਨ ਦੀ ਫਿੰਗਰ ਜਾਂ ਈਅਰ ਲੋਬ ਦੇ ਉੱਪਰ ਲਗਾਇਆ ਉਸ ਦੇ ਵਿੱਚ ਜੋ ਲਾਈਟ ਨਿਕਲੇਗੀ ਉਹ ਲਾਈਟ ਉਸ ਪਰਟੀਕੂਲਰ ਵਿਅਕਤੀ ਦੇ ਅੰਦਰ ਜਿਹੜਾ ਹੀਮੋਗਲੋਬਿਨ ਹੋਵੇਗਾ ਬਲੱਡ ਦੇ ਵਿੱਚ, ਉਹ ਹੀਮੋਗਲੋਬਿਨ ਲਾਈਟ ਨੂੰ ਅਬਜ਼ੋਰਬ ਯਾਨੀ ਕਿ ਸੋਖ ਲਵੇਗਾ। ਠੀਕ ਹੈ, ਵਿਦ O2 ਮਤਲਬ ਹੀਮੋਗਲੋਬਿਨ ਉਹ ਸੋਖੇਗਾ ਜਿਹਦੇ ਕੋਲ ਆਕਸੀਜਨ ਹੋਏਗੀ। ਬਾਏ ਕੈਲਕੂਲੇਟਿੰਗ ਦਾ ਐਬਜ਼ੋਰਪਸ਼ਨ ਐਟ 2 ਵੇਵਲੈਂਥਸ, ਮਤਲਬ ਦੋ ਵੱਖ-ਵੱਖ ਵੇਵਲੈਂਥ ਉੱਪਰ ਟੋਟਲ ਕਿੰਨੀ ਲਾਈਟ ਉਸ ਦੇ ਹੀਮੋਗਲੋਬਿਨ ਨੇ ਸੋਖੀ, ਉਹਦੇ ਆਧਾਰ ਦੇ ਉੱਪਰ ਇਹ ਕੰਪਿਊਟਰ ਪ੍ਰੋਸੈਸਿੰਗ ਹੋਏਗੀ, ਜਿਸ ਦੇ ਵਿੱਚ ਇਹ ਪਤਾ ਲੱਗ ਜਾਵੇਗਾ ਕਿ ਉਸ ਵਿਅਕਤੀ ਦੇ ਅੰਦਰ ਆਕਸੀਜਨ ਦੀ ਮਾਤਰਾ ਕਿੰਨੀ ਹੈ, ਮਤਲਬ ਹੀਮੋਗਲੋਬਿਨ ਕਿੰਨੀ ਆਕਸੀਜਨ ਨੂੰ ਕੈਰੀ ਕਰ ਰਿਹਾ ਹੈ। ਇਹ ਪਰਸੈਂਟੇਜ ਦੇ ਵਿੱਚ ਇਸ ਦਾ ਨਤੀਜਾ ਆਉਂਦਾ ਹੈ। ਅਗਲਾ ਜੋ ਇੰਸਟਰੂਮੈਂਟ ਹੈ, ਜੋ ਇਕਵਿਪਮੈਂਟ ਹੈ, ਉਹ ਹੈਗਾ ਗਾ ਥਰਮੋ ਆਇਓਨਿਕ ਥਰਮੋਮੀਟਰ। ਇਟ ਕੰਸਿਸਟ ਆਫ ਦਾ ਕ੍ਰਿਸਟਲਸ, ਮਤਲਬ ਇਹਦੇ ਵਿੱਚ ਕ੍ਰਿਸਟਲ ਯਾਨੀ ਕਿ ਦਾਣੇ ਹੁੰਦੇ ਇੱਕ ਤਰ੍ਹਾਂ ਦੇ, ਵਿਚ ਆਰ ਕੰਡਕਟਰ ਤੋਂ ਭਾਵ ਹੁੰਦਾ ਜਿਨ੍ਹਾਂ ਦੇ ਵਿੱਚੋਂ ਇਲੈਕਟ੍ਰੀਸਿਟੀ ਯਾਨੀ ਕਿ ਕਰੰਟ ਪਾਸ ਹੋ ਸਕੇ, ਉਸ ਨੂੰ ਕੰਡਕਟਰ ਕਿਹਾ ਜਾਂਦਾ, ਪੰਜਾਬੀ ਵਿੱਚ ਉਹਨੂੰ ਚਾਲਕ ਕਹਿੰਦੇ ਨੇ। ਇਲੈਕਟ੍ਰੀਕਲ ਰਜਿਸਟੈਂਸ ਆਫ ਦਾ ਕ੍ਰਿਸਟਲ ਦੇ ਵਿੱਚ ਜੋ ਇਲੈਕਟ੍ਰੀਕਲ ਰਜਿਸਟੈਂਸ ਹੋਵੇਗੀ, ਰਜਿਸਟੈਂਸ ਤੋਂ ਭਾਵ ਹੁੰਦਾ ਹੈ ਕਿ ਕਰੰਟ ਨੂੰ ਪਾਸ ਕਰਦੇ ਹੋਏ ਉਹਦੀ ਗਤੀ ਵਿੱਚ ਅਵਰੋਧ ਪੈਦਾ ਕਰਨਾ, ਰੁਕਾਵਟ ਪੈਦਾ ਕਰਨਾ, ਉਸ ਨੂੰ ਰਜਿਸਟੈਂਸ ਕਿਹਾ ਜਾਂਦਾ ਹੈ। ਸੋ ਕ੍ਰਿਸਟਲ ਦੀ ਜਿਹੜੀ ਰਜਿਸਟੈਂਸ ਹੈ ਉਹ ਟੈਂਪਰੇਚਰ ਦੇ ਨਾਲ ਚੇਂਜ ਹੁੰਦੀ ਹੈ। ਤਾਂ ਰਜਿਸਟੈਂਸ ਨੂੰ ਨੋਟ ਕਰਕੇ ਆਪਾਂ ਨੂੰ ਟੈਂਪਰੇਚਰ ਦਾ ਪਤਾ ਲੱਗ ਜਾਵੇਗਾ ਕਿ ਉਸ ਵਿਅਕਤੀ ਦਾ ਟੈਂਪਰੇਚਰ ਯਾਨੀ ਕਿ ਤਾਪਮਾਨ ਕਿੰਨਾ ਹੈ। ਸੋ ਪੇਸ਼ੈਂਟਸ ਟੈਂਪਰੇਚਰ ਇਜ਼ ਡਿਟਰਮਾਈਨਡ ਕੀਪਿੰਗ ਦਾ ਪ੍ਰੋਬ ਇਨ ਕੰਟੈਕਟ ਵਿਦ ਬੋਡੀ, ਮਤਲਬ ਜਿਹੜਾ ਥਰਮੋ ਆਇਓਨਿਕ ਥਰਮੋਮੀਟਰ ਹੁੰਦਾ ਹੈ ਉਸ ਨੂੰ ਆਪਾਂ ਉਸ ਵਿਅਕਤੀ ਦੀ ਬੋਡੀ ਯਾਨੀ ਕਿ ਸਰੀਰ ਨਾਲ ਟੱਚ ਕਰਾਂਗੇ ਅਤੇ ਉਹਦੇ ਨਾਲ ਟੈਂਪਰੇਚਰ ਦਾ ਪਤਾ ਲੱਗ ਜਾਵੇਗਾ। ਦਾ ਚੇਂਜ ਇਨ ਦਾ ਟੈਂਪਰੇਚਰ ਚੇਂਜ ਦਾ ਇਲੈਕਟ੍ਰੀਕਲ ਕਰੰਟ ਵਿਚ ਇਜ਼ ਰੀਡ ਔਨ ਦਾ ਸਕੇਲ, ਮਤਲਬ ਜੇ ਵਿਅਕਤੀ ਦੇ ਟੈਂਪਰੇਚਰ ਵਿੱਚ ਕੋਈ ਚੇਂਜ ਆਊਗੀ ਤਾਂ ਉਹ ਇਲੈਕਟ੍ਰਿਕ ਕਰੰਟ ਵਿੱਚ ਚੇਂਜ ਆਊਗੀ ਅਤੇ ਉਹ ਆਪਾਂ ਨੂੰ ਇਸੇ ਇਕਵਿਪਮੈਂਟ ਦੇ ਉੱਪਰ ਪਤਾ ਲੱਗ ਜਾਵੇਗੀ। ਅਗਲਾ ਹੈ ਵੈਂਟੀਲੇਟਰ। ਵੈਂਟੀਲੇਟਰ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ, ਹੈ ਨਾ। ਅੱਜ ਕੱਲ੍ਹ ਹੌਸਪੀਟਲ 'ਚ ਜੋ ਕੋਈ ਐਮਰਜੈਂਸੀ ਪੇਸ਼ੈਂਟ ਜਾਂਦਾ ਹੈ ਤਾਂ ਉਸਨੂੰ ਵੈਂਟੀਲੇਟਰ ਉੱਪਰ ਪਾ ਦਿੱਤਾ ਜਾਂਦਾ ਹੈ। ਵੈਂਟੀਲੇਟਰ ਤੋਂ ਭਾਵ ਹੁੰਦਾ ਇੱਕ ਤਰ੍ਹਾਂ ਦੇ ਬਨੌਟੀ ਸਾਹ ਦਬਾਉਣੇ। ਠੀਕ ਹੈ, ਬਨੌਟੀ ਸਾਹ ਦਬਾਉਣ ਦੀ ਮਸ਼ੀਨ ਨੂੰ ਵੈਂਟੀਲੇਟਰ ਕਿਹਾ ਜਾਂਦਾ ਹੈ। ਸੋ ਵੈਂਟੀਲੇਟਰ ਕੀ ਹੈਗਾ? ਇਟ ਇਜ਼ ਆਟੋਮੈਟਿਕ ਮਕੈਨੀਕਲ ਡਿਵਾਈਸ ਡਿਜ਼ਾਈਨ ਟੂ ਪ੍ਰੋਵਾਈਡ ਆਰਟੀਫਿਸ਼ੀਅਲ ਰੈਸਪੀਰੇਸ਼ਨ, ਮਤਲਬ ਬਨੌਟੀ ਸਾਹ ਦਬਾਉਣ ਦੇ ਲਈ ਡਿਜ਼ਾਈਨ ਕੀਤੀ ਗਈ ਇੱਕ ਮਸ਼ੀਨ ਹੈ। ਟੂ ਦਾ ਬੋਡੀ ਥਰੂ ਦਾ ਲੰਗਸ ਦੈਟ ਇਜ਼ ਬਰੀਦਿੰਗ, ਮਤਲਬ ਇਹ ਲੰਗਸ ਦੇ ਰਾਹੀਂ ਆਪਣੇ ਆਪ ਬਰੀਦਿੰਗ ਦਬਾਉਂਦੀ ਹੈ, ਸਾਹ ਦਬਾਉਂਦੀ ਹੈ। ਲੰਗਸ ਪਰਫੋਰਮ ਦਾ ਫੰਕਸ਼ਨ ਆਫ ਗੈਸ ਐਕਸਚੇਂਜ ਇਨ ਦਾ ਬੋਡੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਡਿਫਿਊਜ਼ਨ ਪ੍ਰੋਸੈਸ ਦੇ ਨਾਲ ਆਪਣੇ ਲੰਗਸ ਦਾ ਸਭ ਤੋਂ ਛੋਟਾ ਪਾਰਟ ਜਿਹਨੂੰ ਐਲਵੀਓਲਾਈ ਕਿਹਾ ਜਾਂਦਾ ਹੈ, ਉਹਦੇ ਨਾਲ ਗੈਸਿਸ ਐਕਸਚੇਂਜ ਹੁੰਦੀ ਹੈ, ਮਤਲਬ ਆਪਾਂ ਉੱਥੋਂ CO2 ਨੂੰ ਬਾਹਰ ਛੱਡਦੇ ਹਾਂ ਅਤੇ O2 ਨੂੰ ਲੈਂਦੇ ਹਾਂ।
द ਵੈਂਟੀਲੇਟਰ ਪ੍ਰੋਡਿਊਸ ਬਰੀਦਿੰਗ ਪੈਟਰਨ ਦੈਟ ਮਿਮਿਕ ਦਾ ਵੇ ਦਾ ਨੋਰਮਲੀ ਬ੍ਰੈਥ। ਮਤਲਬ ਜਿਸ ਤਰੀਕੇ ਨਾਲ ਆਪਾਂ ਆਮ ਤੌਰ 'ਤੇ ਨੋਰਮਲ ਵਿਅਕਤੀ ਬ੍ਰੈਥ ਕਰਦੇ ਹਾਂ, ਸਾਹ ਲੈਂਦੇ ਹਾਂ, ਉਹੀ ਪੈਟਰਨ ਦੇ ਉੱਪਰ ਇਹ ਮਸ਼ੀਨ ਵੀ ਕੰਮ ਕਰਦੀ ਹੈ। ਓਕੇ, ਐਂਡ ਦੋਜ਼ ਦੈਟ ਪ੍ਰੋਡਿਊਸ ਬਰੀਦਿੰਗ ਪੈਟਰਨ ਐਟ ਹਾਈ ਫ੍ਰੀਕੁਐਂਸੀ ਵੈਂਟੀਲੇਸ਼ਨ, ਮਤਲਬ ਇਹ ਬਹੁਤ ਤੇਜ਼ੀ ਨਾਲ ਸਾਹ ਦਬਾਉਂਦੀ ਹੈ ਵਿਅਕਤੀ ਨੂੰ, ਜਿਸ ਨੂੰ ਵੈਂਟੀਲੇਟਰ ਦੇ ਉੱਪਰ ਪਾਇਆ ਹੁੰਦਾ ਹੈ। ਵੈਂਟੀਲੇਟਰ ਪ੍ਰੋਡਿਊਸਸ ਸਟੈਡੀ ਫਲੋ ਆਫ O2, ਯਾਨੀ ਕਿ ਇੱਕ ਕੌਂਸਟੈਂਟ ਜੇ ਆਪਾਂ ਰੱਖ ਸਕਦੇ ਹਾਂ ਆਕਸੀਜਨ ਦੀ ਮਾਤਰਾ ਵੀ ਜਿਹੜੀ ਵਿਅਕਤੀ ਅੰਦਰ ਲਗਾਤਾਰ ਜਾਂਦੀ ਰਹੂਗੀ ਅਤੇ CO2 ਲਗਾਤਾਰ ਨਿਕਲਦੀ ਰਹੂਗੀ। ਮਤਲਬ ਇਸ ਦੇ ਵਿੱਚ ਕੌਂਸਟੈਂਟ ਵੈਲਿਊਜ਼ ਸੈੱਟ ਕੀਤੇ ਜਾਂਦੀਆਂ ਨੇ ਵੀ ਕਿੰਨੀ ਆਕਸੀਜਨ ਵਿਅਕਤੀ ਅੰਦਰ ਜਾਂਦੀ ਰਹੂਗੀ ਲੰਗਸ ਦੇ ਅੰਦਰ, ਕਿੰਨੀ ਬਾਹਰ ਨਿਕਲਦੀ ਰਹੂਗੀ। ਠੀਕ ਹੈ, ਇਹ ਉਦੋਂ ਕੀਤਾ ਜਾਂਦਾ ਜਦੋਂ ਪੇਸ਼ੈਂਟ ਅਨਏਬਲ ਹੁੰਦਾ ਟੂ ਡੂ ਸੋ ਡਿਊ ਟੂ ਸਰਟਨ ਡਿਜ਼ੀਜ਼ ਕੰਡੀਸ਼ਨ, ਮਤਲਬ ਪਰਸਨ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੋਣ ਕਰਕੇ, ਜਿਵੇਂ ਕਿ ਪਲਿਊਰਲ ਐਫਿਊਜ਼ਨ ਐਂਡ ਨਿਮੋਥੋਰੈਕਸ, ਮਤਲਬ ਇਹ ਰੈਸਪੀਰੇਟਰੀ ਜਿਹੜੀ ਪ੍ਰਣਾਲੀ ਹੁੰਦੀ ਹੈ, ਸਾਹ ਨਾਲੀ ਹੁੰਦੀ ਆ, ਉਹਦੀ ਬਿਮਾਰੀਆਂ ਨੇ। ਤਾਂ ਉਹਨਾਂ ਦੀ ਬਿਮਾਰੀਆਂ ਦੌਰਾਨ ਜਦੋਂ ਵਿਅਕਤੀ ਆਪਣੇ ਆਪ ਸਾਹ ਨਹੀਂ ਲੈ ਸਕਦਾ, ਉਸ ਟਾਈਮ ਦੇ ਉੱਪਰ ਉਸ ਨੂੰ ਆਪਾਂ ਵੈਂਟੀਲੇਟਰ ਦੇ ਉੱਪਰ ਸੈੱਟ ਕਰਦੇ ਹਾਂ, ਪਾਉਂਦੇ ਹਾਂ। ਅਗਲਾ ਉਪਕਰਨ ਆਪਣਾ ਆਉਂਦਾ ਹੈ ਐਕਸ-ਰੇ ਟਿਊਬਸ। ਸੋ ਐਕਸ-ਰੇ ਟਿਊਬਸ ਕੀ ਹੁੰਦੀਆਂ ਨੇ? ਇਹ ਡਾਇਗਨੋਸਟਿਕ ਪਰਪਸ ਦੇ ਲਈ ਵਰਤੀਆਂ ਜਾਂਦੀਆਂ ਨੇ। ਡਾਇਗਨੋਸਟਿਕ ਤੋਂ ਭਾਵ ਹੁੰਦਾ ਕਿਸੇ ਬਿਮਾਰੀ ਦੀ ਜਾਂਚ ਕਰਨਾ। ਇਟ ਕੰਸਿਸਟ ਆਫ ਦਾ ਮੈਟਲ ਫਿਲਾਮੈਂਟ, ਧਾਤ ਦਾ ਬਣਿਆ ਹੋਇਆ ਇੱਕ ਫਿਲਾਮੈਂਟ ਜਾਣੀ ਕਿ ਧਾਗੇ ਵਰਗੀ ਸਟਰਕਚਰ ਹੁੰਦੀ ਹੈ। ਫਿਕਸਡ ਐਟ ਵਨ ਐਂਡ, ਇਹ ਇੱਕ ਸਿਰੇ ਦੇ ਉੱਪਰ ਫਿਕਸ ਕੀਤੀ ਜਾਂਦੀ ਹੈ। ਇਟ ਇਜ਼ ਹੀਟਰ ਟੂ ਹਾਈ ਟੈਂਪਰੇਚਰ, ਇਸ ਨੂੰ ਬਹੁਤ ਜ਼ਿਆਦਾ ਤਾਪਮਾਨ ਦੇ ਉੱਪਰ ਗਰਮ ਕੀਤਾ ਜਾਂਦਾ ਹੈ। ਜ਼ਿਆਦਾ ਤਾਪਮਾਨ 'ਤੇ ਗਰਮ ਕਰਕੇ ਮੈਟਲ ਦੀ ਇੱਕ ਪ੍ਰੋਪਰਟੀ ਹੁੰਦੀ ਹੈ ਕਿ ਉਸ ਮੈਟਲ ਦੇ ਵਿੱਚੋਂ ਇਲੈਕਟ੍ਰੋਨ ਨਿਕਲ ਜਾਂਦਾ ਹੈ, ਜਿਸ ਨੂੰ ਕਹਿੰਦਾ ਐਮਿਸ਼ਨ ਆਫ ਇਲੈਕਟ੍ਰੋਨ। ਓਕੇ, ਕਿਉਂਕਿ ਇਹਦੇ ਵਿੱਚ ਇਲੈਕਟ੍ਰਿਕ ਕਰੰਟ ਪਾਸ ਕੀਤਾ ਜਾਂਦਾ ਹੈ ਤਾਪਮਾਨ ਨਾਲ ਗਰਮ ਕਰਨ ਤੋਂ ਬਾਅਦ। ਤਾਂ ਗਰਮ ਕਰਨ ਤੋਂ ਬਾਅਦ ਜਦੋਂ ਬਿਜਲੀ ਇਹ 'ਚੋਂ ਪਾਸ ਹੋਵੇਗੀ ਤਾਂ ਇਹ ਇਲੈਕਟ੍ਰੋਨ ਇਹਦੇ ਵਿੱਚੋਂ ਨਿਕਲੇਗਾ। ਸੋ ਉਹ ਇਲੈਕਟ੍ਰੋਨ ਅੱਗੇ ਕੀ ਕਰੇਗਾ? ਉਹ ਇਲੈਕਟ੍ਰੋਨ ਹਾਈ ਵੈਲੋਸਿਟੀ ਕਿ ਬਹੁਤ ਤੇਜ਼ ਗਤੀ ਨਾਲ ਟਾਰਗੇਟ ਔਰਗਨ ਦੇ ਨਾਲ ਟਕਰਾਏਗਾ। ਤਾਂ ਜਦੋਂ ਟਕਰਾਏਗਾ ਤਾਂ ਉੱਥੇ ਐਕਸ ਰੇਜ਼ ਪੈਦਾ ਹੋਣਗੀਆਂ। ਠੀਕ ਹੈ, ਮਤਲਬ ਐਕਸ ਕਿਰਨਾਂ ਪੈਦਾ ਹੋਣਗੀਆਂ। ਥੀਜ਼ ਐਕਸ ਰੇਜ਼ ਆਰ ਯੂਜ਼ਡ ਟੂ ਟੇਕ ਦਾ ਪਿਕਚਰ ਆਫ ਡੀਪਰ ਔਰਗਨ, ਮਤਲਬ ਬੋਡੀ ਦੇ ਅੰਦਰ ਕੋਈ ਬਹੁਤ ਡੂੰਘਾ ਅੰਗ ਜਿਹੜਾ ਹੁੰਦਾ ਹੈ ਜਾਂ ਕੋਈ ਹੱਡੀ ਹੁੰਦੀ ਹੈ ਤਾਂ ਉਸ ਦੀਆਂ ਪਿਕਚਰ ਲਈਆਂ ਜਾਣਗੀਆਂ ਐਕਸ-ਰੇ ਟਿਊਬ ਦੇ ਨਾਲ। ਸੋ ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਡੀਪ ਸੀਟਡ ਔਰਗਨਸ ਨੇ ਬੋਡੀ ਦੇ ਅੰਦਰ, ਤਾਂ ਉਹਨਾਂ ਦੀ ਅੰਦਰ ਦੀ ਸਟਰਕਚਰ ਬਾਰੇ ਜਾਣਨ ਦੇ ਲਈ, ਉਹਨਾਂ ਵਿੱਚ ਆਏ ਕਿਸੇ ਬਦਲਾਅ ਬਾਰੇ ਜਾਣਨ ਦੇ ਲਈ ਐਕਸ-ਰੇ ਟਿਊਬ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਅੱਗੇ ਆਪਣਾ ਆਉਂਦਾ ਹੈ ਕਾਰਡੀਅਕ ਪੇਸਮੇਕਰ। ਪੇਸਮੇਕਰ ਵੀ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ। ਪੇਸ ਤੋਂ ਭਾਵ ਹੁੰਦਾ ਹੈ ਗਤੀ, ਮੇਕਰ ਤੋਂ ਮਤਲਬ ਭਾਵ ਹੁੰਦਾ ਬਣਾਉਣਾ। ਸੋ ਜਿਹੜੇ ਆਪਣੇ ਹਾਰਟ ਦੀ ਧੜਕਣ ਹੁੰਦੀ ਹੈ, ਦੋ ਸਾਊਂਡਸ ਆਉਂਦੀਆਂ ਨੇ ਲੱਬ ਡੱਬ, ਮਤਲਬ ਹਾਰਟ ਬੀਟ ਕਰਦਾ, ਤਾਂ ਉਹ ਬੀਟ ਪੇਸ ਮੇਕਰ ਕਰਕੇ ਹੀ ਬਣਦੀ ਹੈ। ਠੀਕ ਹੈ, ਇੱਕ ਹੁੰਦਾ ਪੇਸ ਮੇਕਰ, ਇੱਕ ਹੁੰਦਾ ਪੇਸ ਸੈਟਰ। ਪੇਸ ਮੇਕਰ ਉਸ ਬੀਟ ਨੂੰ ਜਨਰੇਟ ਕਰਦਾ ਹੈਗਾ ਅਤੇ ਪੇਸ ਸੈਟਰ ਜਿਹੜਾ ਹੈਗਾ ਉਹ ਬੀਟ ਨੂੰ ਸੈੱਟ ਕਰਦਾ ਹੈਗਾ ਕਿ 1 ਮਿੰਟ ਦੇ ਵਿੱਚ ਦਿਲ ਕਿੰਨੀ ਵਾਰ ਧੜਕੇ। ਸੋ ਇਹ ਕੁਐਸਚਨ ਅਕਸਰ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਪੇਸਮੇਕਰ ਕਹਿੰਦੇ ਕਿਹਨੂੰ ਨੇ, ਤਾਂ ਉਹਦਾ ਆਨਸਰ ਹੋਗਾ SA ਨੋਡ। ਆਪਣੀ ਬੋਡੀ 'ਚ 2 ਨੋਡ ਨੇ ਹਾਰਟ ਦੇ ਵਿੱਚ, SA ਨੋਡ ਅਤੇ AB ਨੋਡ। SA ਤੋਂ ਭਾਵ ਹੁੰਦਾ ਸਾਈਨੋ ਔਰੀਕਿਊਲਰ ਅਤੇ AB ਤੋਂ ਭਾਵ ਹੁੰਦਾ ਐਟਰੀਓ ਵੈਂਟਰੀਕਿਊਲਰ। ਠੀਕ ਹੈ, ਤਾਂ ਜਿਹੜਾ ਸਾਈਨੋ ਔਰੀਕਿਊਲਰ ਨੋਡ ਹੈ ਉਹ ਪੇਸਮੇਕਰ ਹੈ, ਜਿਹੜਾ ਐਟਰੀਓ ਵੈਂਟਰੀਕਿਊਲਰ ਨੋਡ ਹੈ ਉਹ ਪੇਸ ਸੈਟਰ ਹੈ। Cardiac pacemaker are used when the heart's conducting system stop to function properly, ਜਦੋਂ ਮਨੁੱਖ ਦੇ ਦਿਲ ਦਾ ਆਪਦਾ ਸਿਸਟਮ, ਆਪਦੀ ਪ੍ਰਣਾਲੀ ਸਹੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਉਸ ਸਥਿਤੀ ਵਿੱਚ ਪੇਸਮੇਕਰ ਲਗਾਇਆ ਜਾਂਦਾ ਹੈ। ਅ ਨੋਡ ਇਜ਼ ਦਾ ਪੇਸਮੇਕਰ ਆਫ ਦਾ ਹਾਰਟ, ਮਤਲਬ ਜਿਹੜੀ SA ਨੋਡ ਹੁੰਦੀ ਹੈ ਉਹ ਹਾਰਟ ਦਾ ਪੇਸਮੇਕਰ ਹੁੰਦੀ ਹੈ। ਇਟ ਓਰੀਜੀਨੇਟ ਇਲੈਕਟ੍ਰਿਕ ਇੰਪਲਸ, ਮਤਲਬ ਇਹ ਗਤੀ ਇੰਪਲਸ ਨੂੰ ਜਨਰੇਟ ਕਰਦੀ ਹੈ, ਪੈਦਾ ਕਰਦੀ ਹੈ। ਟੂ ਕੰਡਕਟ ਐਟਰੀਆ ਐਂਡ AV ਨੋਡ ਗੈਟ ਸਟੀਮੂਲੇਟਡ ਬਾਈ ਇਟ, ਮਤਲਬ ਪਹਿਲਾਂ SA ਨੋਡ ਨੇ ਆਪਣਾ ਕੰਮ ਕਰਨਾ ਹੈ, ਉਸ ਤੋਂ ਬਾਅਦ AV ਨੋਡ ਕੰਮ ਕਰਨਾ ਸ਼ੁਰੂ ਕਰਦੀ ਹੈ। ਵੈਨ ਦੀਜ਼ ਨੋਡਸ ਆਰ ਨਾਟ ਏਬਲ ਟੂ ਪਰਫੋਰਮ ਫੰਕਸ਼ਨ ਪ੍ਰੋਪਰਲੀ, ਜਦੋਂ ਇਹ ਦੋਨੇ ਨੋਡ ਪ੍ਰੋਪਰ ਫੰਕਸ਼ਨ ਨਹੀਂ ਕਰਨਗੀਆਂ ਤਾਂ ਕੀ ਹੋਏਗਾ? ਕਾਰਡਿਕ ਮਸਲਸ ਆਰ ਸਟੀਮੂਲੇਟ ਆਰਟੀਫਿਸ਼ਲੀ, ਫਿਰ ਕਾਰਡਿਕ ਮਸਲ ਕਿ ਹਾਰਟ ਦੀ ਜਿਹੜੀਆਂ ਮਸਲਸ ਹੁੰਦੀਆਂ, ਮਾਸਪੇਸ਼ੀਆਂ ਹੁੰਦੀਆਂ ਨੇ, ਉਹਨਾਂ ਨੂੰ ਬਨੌਟੀ ਤਰੀਕੇ ਨਾਲ ਸਟੀਮੂਲੇਟ ਕਰਨਾ ਪੈਂਦਾ ਹੈ, ਤਾਂ ਉਹਦੇ ਲਈ ਪੇਸਮੇਕਰ ਬਾਹਰੋਂ ਇੱਕ ਲਗਾਇਆ ਜਾਂਦਾ ਹੈ ਇਕਵਿਪਮੈਂਟ। ਓਕੇ, ਸੋ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਡੀਫਿਬਰੀਲੇਟਰ। ਡੀਫਿਬਰੀਲੇਟਰ ਕੀ ਹੈਗਾ? ਇਟ ਇਜ਼ ਦ ਇਲੈਕਟ੍ਰੋਨਿਕ ਡਿਵਾਈਸ ਯੂਜ਼ਡ ਫॉर
ਐਡਮਿਨਿਸਟ੍ਰੇਸ਼ਨ ਆਫ ਦ ਇਲੈਕਟ੍ਰਿਕ ਸ਼ੌਕ ਟੂ ਦ ਪੇਸ਼ੈਂਟ, ਮਤਲਬ ਪੇਸ਼ੈਂਟ ਦੇ ਅੰਦਰ ਬਿਜਲਈ ਝਟਕਾ ਦੇਣ ਦੇ ਲਈ ਡੀਫਿਬਰੀਲੇਟਰ ਮਸ਼ੀਨ ਦੀ ਵਰਤੋਂ ਹੁੰਦੀ ਹੈ। ਵੈਨ ਦੇਰ ਇਜ਼ ਕਾਰਡਿਕ ਫੇਲੀਅਰ ਔਰ ਵੈਂਟਰੀਕੂਲਰ ਫਿਬਰੀਲੇਸ਼ਨ, ਜਦੋਂ ਕਿਸੇ ਮਨੁੱਖ ਦਾ ਦਿਲ ਦਾ ਜਿਹੜਾ ਕੰਮ ਹੈ ਉਹ ਫੇਲ ਹੋ ਜਾਂਦਾ ਹੈ, ਦਿਲ ਕੰਮ ਕਰਨਾ ਛੱਡ ਦਿੰਦਾ ਹੈ, ਤਾਂ ਉਸ ਟਾਈਮ 'ਤੇ ਡੀਫਿਬਰੀਲੇਟਰ ਲਗਾਇਆ ਜਾਂਦਾ ਹੈ। ਕਾਰਡਿਕ ਮਸਲਸ ਆਰ ਸਟੀਮੂਲੇਟਡ, ਇਹਦਾ ਵੀ ਮੇਨ ਕੰਮ ਉਹੀ ਹੈ ਜੋ ਪੇਸਮੇਕਰ ਦਾ ਹੈ ਕਿ ਕਾਰਡਿਕ ਮਸਲ ਨੂੰ ਸਟੀਮੂਲੇਟ ਕਰੇਗਾ, ਜਾਣੀ ਕਿ ਦਿਲ ਦੀਆਂ ਮਾਸਪੇਸ਼ੀਆਂ ਨੂੰ ਉਤੇਜਕ ਕਰੇਗਾ ਤਾਂ ਕਿ ਦਿਲ ਦੇ ਵਿੱਚ ਜਿਹੜੇ ਬੀਟ ਉਹ ਚੱਲ ਪਵੇ। ਓਕੇ, ਬਾਏ ਦਾ ਇਲੈਕਟ੍ਰਿਕ ਸ਼ੌਕ 20 ਐਂਪੀਅਰ ਦਾ ਕਰੰਟ ਦਿੱਤਾ ਜਾਂਦਾ ਹੈਗਾ 5 ਮਿਲੀ ਸੈਕਿੰਡ ਦੇ ਲਈ, ਮਤਲਬ ਬਹੁਤ ਮਾਈਨਰ ਟਾਈਮ ਦੇ ਲਈ ਦਿੱਤਾ ਜਾਂਦਾ ਹੈਗਾ। ਦੇਅਰ ਇਜ਼ ਅ ਸਡਨ ਸਰਜ ਆਫ ਵੋਲਟੇਜ ਅਕਰੋਸ ਦਾ ਹਾਰਟ ਮਸਲਸ, ਤਾਂ ਇੱਕਦਮ ਹਾਰਟ ਦੀਆਂ ਮਾਸਪੇਸ਼ੀਆਂ ਦੇ ਵਿੱਚ ਵੋਲਟੇਜ ਦੇ ਵਿੱਚ ਬਦਲਾਵ ਆਵੇਗਾ। ਆਲ ਦੀਜ਼ ਫਾਈਬਰ ਕੰਟਰੈਕਟ ਸਾਈਮਲਟੇਨੀਅਸਲੀ, ਤਾਂ ਮਾਸਪੇਸ਼ੀਆਂ ਦੇ ਜਿੰਨੇ ਵੀ ਫਾਈਬਰ ਹੋਣਗੇ ਉਹ ਇੱਕਦਮ ਹੀ ਸਾਰੇ ਕੰਟਰੈਕਟ ਹੋ ਜਾਣਗੇ, ਤਾਂ ਉਸ ਨਾਲ ਸੰਭਾਵਨਾ ਹੁੰਦੀ ਹੈ ਕਿ ਦਿਲ ਦੁਬਾਰਾ ਕੰਮ ਕਰਨ ਲੱਗ ਜਾਵੇ। ਇਸ ਤੋਂ ਉਪਰੰਤ ਆਪਣਾ ਨੰਬਰ 7 'ਤੇ ਆਉਂਦਾ ਹੈ ਅਲਟਰਾਸਾਊਂਡ ਮਸ਼ੀਨ। ਇਟ ਇਜ਼ ਯੂਜ਼ ਟੂ ਟੇਕ ਦ ਇਮੇਜਸ ਆਫ ਇੰਟਰਨਲ ਔਰਗਨ ਬਾਈ ਯੂਜ਼ਿੰਗ ਅਲਟਰਾਸਾਊਂਡ। ਅਲਟਰਾਸਾਊਂਡ ਵੇਵਸ ਨੂੰ ਯੂਜ਼ ਕਰਕੇ ਬੋਡੀ ਦੇ ਅੰਦਰ ਦੇ ਜਿੰਨੇ ਵੀ ਔਰਗਨਸ ਨੇ ਤਾਂ ਉਹਨਾਂ ਦੀਆਂ ਇਮੇਜਸ, ਉਹਨਾਂ ਦੀਆਂ ਪਿਕਚਰਸ ਲੈਣ ਨੂੰ ਆਪਾਂ ਅਲਟਰਾਸਾਊਂਡ ਕਹਿੰਦੇ ਹਾਂ, ਅਤੇ ਅਲਟਰਾਸਾਊਂਡ ਮਸ਼ੀਨ ਯੂਜ਼ ਕਰਦੇ ਹਾਂ, ਅਤੇ ਇਸ ਪ੍ਰੋਸੈਸ ਨੂੰ ਸੋਨੋਗ੍ਰਾਫੀ ਵੀ ਕਿਹਾ ਜਾਂਦਾ ਹੈ। ਅਲਟਰਾਸਾਊਂਡ ਵੇਵ ਜਦੋਂ ਬੋਡੀ ਦੇ ਅੰਦਰ ਜਾਂਦੀਆਂ ਹਨ ਤਾਂ ਇਹ ਜਿਸ ਔਰਗਨ ਨਾਲ ਟਕਰਾਉਣਗੀਆਂ ਉੱਥੋਂ ਰਿਫਲੈਕਸ਼ਨ ਪੈਦਾ ਹੋਵੇਗੀ, ਤਾਂ ਉਸ ਰਿਫਲੈਕਸ਼ਨ ਨੂੰ ਨੋਟ ਕਰਕੇ ਜਿਹੜੀਆਂ ਇਮੇਜਸ ਨੇ ਉਹ ਡਰੋ ਹੋ ਜਾਂਦੀਆਂ ਨੇ ਬਾਈ ਯੂਜ਼ਿੰਗ ਓਸੀਲੋਸਕੋਪ। ਠੀਕ ਹੈ, ਤਾਂ ਤੁਸੀਂ ਦੇਖਿਆ ਹੋਵੇਗਾ ਅਲਟਰਾਸਾਊਂਡ ਦੀਆਂ ਇਮੇਜਸ ਆਪਾਂ ਨੂੰ ਅਕਸਰ ਅਟੈਚ ਕਰਕੇ ਦਿੱਤੀਆਂ ਜਾਂਦੀਆਂ ਨੇ ਰਿਪੋਰਟ ਦੇ ਨਾਲ ਸੋਨੋਲੋਜਿਸਟ ਦੁਆਰਾ। ਫਿਰ ਉਸ ਤੋਂ ਬਾਅਦ ਆਉਂਦਾ ਹੈ ਹੀਅਰਿੰਗ ਇੰਪਲਾਂਟਸ। ਹੀਅਰਿੰਗ ਜਿੰਨਾ ਮਤਲਬ ਸੁਣਨ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਦੇ ਕੰਨ ਦੇ ਵਿੱਚ ਕੋਈ ਮਸ਼ੀਨ ਵਗੈਰਾ ਜੋ ਇਕਵਿਪਮੈਂਟ ਵਗੈਰਾ ਯੂਜ਼ ਕੀਤਾ ਜਾਂਦਾ ਤਾਂ ਉਸ ਨੂੰ ਹੀਅਰਿੰਗ ਇੰਪਲਾਂਟ ਕਿਹਾ ਜਾਂਦਾ ਹੈ। ਹੀਅਰਿੰਗ ਇੰਪਲਾਂਟਸ ਆਰ ਇੰਸਟਰੂਮੈਂਟਸ ਯੂਜ਼ਡ ਬਾਏ ਡੈਫ ਪੀਪਲ, ਜਿਹੜੇ ਗੂੰਗੇ ਬਹਿਰੇ ਹੁੰਦੇ ਨੇ ਹੈ ਨਾ ਵਿਅਕਤੀ, ਤਾਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਹੀਅਰਿੰਗ ਇੰਪਲਾਂਟ ਦੀ। ਹੈਵਿੰਗ ਕੰਡਕਟਿੰਗ ਟਾਈਪ ਆਫ ਹੀਅਰਿੰਗ ਲੋਸ ਔਰ deaf people who have damage of hear cells in organ of corti but auditory nerve is intact। ਤਾਂ ਬੇਸਿਕਲੀ ਇੱਥੇ ਇਹ ਕਿਹਾ ਗਿਆ ਹੈ ਕਿ ਜਾਂ ਤਾਂ ਉਸ ਵਿਅਕਤੀ ਜੋ ਵੀ ਗੂੰਗਾ ਬਹਿਰਾ ਵਿਅਕਤੀ ਹੈ ਜਾਂ ਤਾਂ ਉਸ ਦੇ ਵਿੱਚ ਜੋ ਕੰਡਕਟਿੰਗ ਸਿਸਟਮ ਹੈ, ਮਤਲਬ ਕੰਨ ਦੇ ਵਿੱਚ ਆਵਾਜ਼ ਟਕਰਾਉਣ ਤੋਂ ਬਾਅਦ ਜਿਹੜੀ ਪ੍ਰੋਸੈਸਿੰਗ ਹੁੰਦੀ ਹੈ ਉਹ ਪ੍ਰੋਸੈਸਿੰਗ ਵਾਲੀ ਪ੍ਰਣਾਲੀ ਖਰਾਬ ਹੋ ਚੁੱਕੀ ਹੈ, ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਨਰਵ ਤਾਂ ਸਹੀ ਕੰਮ ਕਰ ਰਹੀਆਂ ਹੁੰਦੀਆਂ ਨੇ ਬਟ ਔਰਗਨ ਆਫ ਕੋਰਟਾਈ ਇੱਕ ਸੈਂਸਰੀ ਔਰਗਨ ਹੁੰਦਾ, ਸੰਵੇਦਨਸ਼ੀਲ ਪਾਰਟ ਹੁੰਦਾ ਕੰਨ ਦਾ, ਠੀਕ ਹੈ, ਕਈ ਵਾਰ ਉਹ ਕੰਮ ਨਹੀਂ ਕਰਦਾ। ਤਾਂ ਇਹਨਾਂ ਦੋਨਾਂ ਕੇਸ ਦੇ ਵਿੱਚ ਹੀਅਰਿੰਗ ਇੰਪਲਾਂਟ ਦੀ ਜ਼ਰੂਰਤ ਪੈਂਦੀ ਹੈ। ਮਾਈਕਰੋਫੋਨ ਪਿਕਸ ਅਪ ਦਾ ਸਾਊਂਡ ਵੇਵ, ਇੱਕ ਮਾਈਕਰੋਫੋਨ ਅਟੈਚ ਕੀਤਾ ਜਾਂਦਾ ਹੈ ਜੋ ਬਾਹਰੋਂ ਆ ਰਹੀਆਂ ਸਾਊਂਡ ਵੇਵਸ ਨੂੰ ਇਕੱਠਾ ਕਰਦਾ ਹੈ, ਕਲੈਕਟ ਕਰਦਾ ਹੈ, ਅਤੇ ਉਸ ਮਾਈਕਰੋਫੋਨ ਦੇ ਨਾਲ ਲੱਗਿਆ ਹੁੰਦਾ ਇੱਕ ਸਾਊਂਡ ਪ੍ਰੋਸੈਸਰ ਜੋ ਸਾਊਂਡ ਵੇਵਸ ਨੂੰ ਕਨਵਰਟ ਕਰਦਾ ਹੈ ਇਲੈਕਟ੍ਰੀਕਲ ਸਿਗਨਲ ਦੇ ਵਿੱਚ। ਓਕੇ, ਉਸ ਤੋਂ ਬਾਅਦ ਆਉਂਦਾ ਇਲੈਕਟ੍ਰੋਡਸ ਇੰਪਲਾਂਟ ਕੀਤੇ ਜਾਂਦੇ ਨੇ ਕੋਕਲੀਅਰ ਦੇ ਵਿੱਚ। ਕੋਕਲੀਅਰ ਪਾਰਟ ਹੁੰਦਾ ਹੈ ਉਹਦਾ ਕੰਨ ਦਾ, ਠੀਕ ਹੈ, ਇੰਟਰਨਲ ਈਅਰ ਦਾ। ਟ੍ਰਿਗਰ ਦਾ ਆਡੀਟਰੀ ਨਰਵ ਡਾਇਰੈਕਟਲੀ, ਫਿਰ ਇਹ ਡਾਇਰੈਕਟਲੀ ਆਡੀਟਰੀ ਨਰਵ ਜਿਹੜੀ ਨਰਵ ਕੰਨ ਦੀ ਬ੍ਰੇਨ ਨੂੰ ਜਾਂਦੀ ਹੈ ਉਸ ਨੂੰ ਆਡੀਟਰੀ ਨਰਵ ਕਿਹਾ ਜਾਂਦਾ ਹੈ, ਤਾਂ ਉਸ ਨੂੰ ਇਹ ਡਾਇਰੈਕਟਲੀ ਸਟੀਮੂਲੇਟ ਕਰਦਾ ਹੈ। ਸੋ ਇਹ ਜਿੰਨੇ ਵੀ ਇੰਸਟਰੂਮੈਂਟਸ ਮੈਂ ਤੁਹਾਨੂੰ ਦੱਸੇ ਨੇ ਇਸ ਵੀਡੀਓ ਦੇ ਵਿੱਚ, ਇਹ ਸਾਰੇ ਇੱਕ ਸਿਧਾਂਤ ਦੇ ਉੱਪਰ ਕੰਮ ਕਰਦੇ ਨੇ ਜਿਸ ਨੂੰ ਕਿਹਾ ਜਾਂਦਾ ਹੈ ਪ੍ਰਿੰਸੀਪਲਸ ਆਫ ਬਾਇਓਫਿਜ਼ਿਕਸ। ਓਕੇ, ਮਤਲਬ ਆਪਾਂ ਲਿਵਿੰਗ ਬੋਡੀ ਦੇ ਵਿੱਚ ਫਿਜ਼ਿਕਸ ਦੀ ਵਰਤੋਂ ਕੀਤੀ ਹੈ, ਜਾਣੀ ਕਿ ਜੀਵ ਵਿਗਿਆਨ ਅਤੇ ਭੌਤਿਕ ਵਿਗਿਆਨ ਨੂੰ ਇਕੱਠੇ ਕੀਤਾ ਹੈ, ਠੀਕ ਹੈ। ਅਤੇ ਇਹ ਸਾਰੇ ਇੰਸਟਰੂਮੈਂਟਸ ਪੇਸ਼ੈਂਟ ਦੀ ਦੇਖਭਾਲ ਦੇ ਲਈ ਯੂਜ਼ ਕੀਤੇ ਜਾਂਦੇ ਨੇ। ਅਤੇ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਵੇਗਾ, ਕਿਉਂਕਿ ਮੈਡੀਕਲ ਪੈਰਾਮੈਡੀਕਲ ਸਾਇੰਸ ਦਾ ਕੋਈ ਵੀ ਟੌਪਿਕ ਪੰਜਾਬੀ ਵਿੱਚ ਪੜ੍ਹਾਉਣ ਦੀ ਸਮਰੱਥਾ ਇੱਕੋ ਇੱਕ ਚੈਨਲ ਰੱਖਦਾ ਹੈ, ਐਜੂਕੇਸ਼ਨ ਸਿੰਪਲੀਫਾਈਡ ਬਾਈ OCDC। ਸੋ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਅਤੇ ਦੂਜੇ ਨਾਲ ਵੀ ਸ਼ੇਅਰ ਜ਼ਰੂਰ ਕਰਦੇ ਰਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ।